ਅੱਜ ਦੀ ਕਹਾਣੀ ਵੱਡੇ ਘਰ ਦੀ ਨੂੰਹ। ਮੇਰੇ ਡੈਡੀ ਪਿੰਡ ਦੇ ਸਰਪੰਚ ਸੀ ਤੇ 1.5 ਮੁਰੱਬੇ ਜ਼ਮੀਨ ਦੇ ਮਾਲਕ ਵੀ। ਘਰ ਦੀ ਧੀ ਹੋਣ ਦੇ ਬਾਵਜੂਦ ਮੈਨੂੰ ਕਦੇ ਕਿਸੇ ਨੇ ਨਹੀਂ ਰੋਕਿਆ। ਜੋ ਸੁਪਨੇ ਮੈਨੂੰ ਮੇਰੇ ਮਾਤਾ ਪਿਤਾ ਨੇ ਦਿਖਾਏ ਉਹੀ ਮੇਰੇ ਭਰਾ ਨੂੰ, ਕਿ ਤੁਸੀਂ ਜੋ ਮਰਜ਼ੀ ਕਰ ਸਕਦੇ ਹੋ। ਮੈਂ ਆਪਣੇ ਭਰਾ ਨਾਲ ਰੋਜ਼ ਲੜਦੀ ਸੀ, ਭਾਵੇਂ ਉਹ ਮੇਰੇ ਤੋਂ ਵੱਡਾ ਸੀ। ਇੱਕ ਦਿਨ ਘਰ ਆਉਣ ਵਿੱਚ ਦੇਰੀ ਹੋ ਗਈ ਤਾਂ ਉਹ ਬੇਚੈਨ ਹੋ ਗਿਆ। ਮੈਨੂੰ ਬਹੁਤ ਕੁਝ ਕਿਹਾ ਅਤੇ ਜਦੋਂ ਮੇਰੀਆਂ ਅੱਖਾਂ ਵਿੱਚੋਂ ਹੰਝੂ ਆ ਗਏ ਤਾਂ ਮੈਨੂੰ ਜੱਫੀ ਪਾ ਕੇ ਕਿਹਾ, ਦੇਖ ਭੈਣ, ਤੂੰ ਸਾਡੀ ਜਾਨ ਹੈ। ਜੇ ਦੇਰ ਹੋ ਜਾਂਦੀ ਹੈ ਤਾਂ ਫੋਨ ਕਰ ਲਿਆ ਕਰ। ਜੇ ਤੂੰ ਕਿਹਾ ਹੁੰਦਾ ਤਾਂ ਮੈਂ ਵੀ ਤੇਰੇ ਨਾਲ ਚੱਲਦਾ। ਮੈਨੂੰ ਪਤਾ ਹੀ ਨਹੀਂ ਲੱਗਾ ਕਿ ਮੈਂ ਕਦੋਂ ਵੱਡੀ ਹੋ ਗਈ। ਕੁਝ ਦਿਨਾਂ ਬਾਅਦ ਰਿਸ਼ਤੇ ਵਾਲੇ ਮੈਨੂੰ ਦੇਖਣ ਆਏ। ਇੱਕ ਆਮ ਪਰਿਵਾਰ ਸੀ। ਲੜਕਾ ਚੰਡੀਗੜ੍ਹ ਨੌਕਰੀ ਕਰਦਾ ਸੀ ਤੇ 20 ਕਿੱਲਿਆਂ ਦਾ ਮਾਲਕ ਸੀ। ਉਹਨਾਂ ਨੇ ਮੈਨੂੰ ਪਸੰਦ ਕਰ ਲਿਆ ਅਤੇ ਉਹ ਮੁੰਡਾ ਮੇਰੇ ਮਾਪਿਆਂ ਨੇ ਪਹਿਲਾਂ ਹੀ ਦੇਖਿਆ ਸੀ। ਮੇਰੇ ਮਾਤਾ ਪਿਤਾ ਖੁਸ਼ ਸਨ, ਇਸ ਲਈ ਮੈਨੂੰ ਕੋਈ ਇਤਰਾਜ਼ ਨਹੀਂ ਸੀ। ਵਿਆਹ ਤੋਂ ਪਹਿਲਾਂ ਕੀਤੀਆਂ ਜਾਂਦੀਆਂ ਸਾਰੀਆਂ ਰਸਮਾਂ ਪੂਰੀਆਂ ਹੋ ਗਈਆਂ ਅਤੇ ਫਿਰ ਕਈ ਦਿਨ ਸਾਨੂੰ ਵਿਆਹ ਦੀਆਂ ਤਿਆਰੀਆਂ ਕਰਨ ਨੂੰ ਲੱਗ ਗਏ। ਕਦੇ-ਕਦੇ ਮੇਰੇ ਫੋਨ ਤੇ ਗੱਲ ਸਰਬਜੀਤ ਨਾਲ ਵੀ ਹੋ ਜਾਂਦੀ ਸੀ। ਪਹਿਲਾਂ ਮੈਨੂੰ ਬਹੁਤ ਸ਼ਰਮ ਆਉਂਦੀ ਸੀ। ਮੈਂ ਫੋਨ ਆਉਣ ਤੇ ਬਾਥਰੂਮ 'ਚ ਵੜ ਜਾਂਦੀ ਸੀ, ਇਹ ਕਹਿ ਕੇ ਬਾਅਦ 'ਚ ਫੋਨ ਕਰਾਂਗੀ। ਪਰ ਫਿਰ 1-2 ਹਫ਼ਤੇ 'ਚ ਮੈਨੂੰ ਥੋੜ੍ਹੀ ਆਦਤ ਪੈ ਗਈ। ਮੈਂ ਛੱਤ ਤੇ ਜਾ ਕੇ ਗੱਲ ਕਰਨੀ ਸ਼ੁਰੂ ਕਰ ਦਿੱਤੀ। ਸ਼ਰਮ ਪਿਆਰ 'ਚ ਤੇ ਪਿਆਰ ਆਦਤ 'ਚ ਬਦਲਣ ਲੱਗ ਪਿਆ। ਵਿਆਹ ਦਾ ਜੋ ਸਮਾਂ ਤੈਅ ਸੀ ਉਹ ਇੰਜ ਦੌੜ ਰਿਹਾ ਸੀ ਜਿਵੇਂ ਉਸਨੇ ਕਿਸੇ ਨੂੰ ਹਰਾਉਣਾ ਹੋਵੇ। ਆਖਰ ਉਹ ਨਿਸ਼ਚਿਤ ਦਿਨ ਆ ਗਿਆ। ਸਾਰੀਆਂ ਤਿਆਰੀਆਂ ਹੋ ਚੁੱਕੀਆਂ ਸਨ। ਹਰ ਕੋਈ ਬਰਾਤ ਦਾ ਇੰਤਜ਼ਾਰ ਕਰ ਰਿਹਾ ਸੀ। ਇੰਤਜ਼ਾਰ ਖਤਮ ਹੋ ਗਿਆ ਸੀ ਅਤੇ ਬਰਾਤ ਦਰਵਾਜ਼ੇ ਤੇ ਸੀ। ਹੌਲੀ-ਹੌਲੀ ਵਿਆਹ ਦੀਆਂ ਸਾਰੀਆਂ ਰਸਮਾਂ ਪੂਰੀਆਂ ਹੋ ਗਈਆਂ ਅਤੇ ਮੈਂ ਆਪਣੇ ਮਾਤਾ ਪਿਤਾ ਅਤੇ ਭਰਾ ਨੂੰ ਛੱਡ ਕੇ ਵਿਦਿਆ ਹੋ ਗਈ। ਮੇਰਾ ਨਵਾਂ ਘਰ ਸਹੁਰਾ ਘਰ। ਰਸਤੇ ਵਿੱਚ ਮੈਂ ਸਿਰਫ ਇਹੀ ਸੋਚ ਰਹੀ ਸੀ ਕਿ ਘਰ ਨਵਾਂ ਹੋਵੇਗਾ, ਲੋਕ ਨਵੇਂ ਹੋਣਗੇ, ਰਿਸ਼ਤੇ ਨਵੇਂ ਹੋਣਗੇ, ਨਵਾਂ ਮਾਹੌਲ ਹੋਵੇਗਾ, ਮੈਂ ਕਿਵੇਂ ਘੁਲ ਮਿਲ ਸਕਾਂਗੀ। ਇਹੋ ਜਿਹੇ ਕਈ ਖਿਆਲ ਮੇਰੇ ਮਨ ਵਿੱਚ ਉਥਲ-ਪੁਥਲ ਕਰ ਰਹੇ ਸਨ ਕਿ ਮੇਰਾ ਨਵਾਂ ਘਰ ਆ ਗਿਆ ਹੈ। ਬਹੁਤ ਸਾਰੇ ਰਿਸ਼ਤੇਦਾਰ ਜੋ ਸਾਡਾ ਇੰਤਜ਼ਾਰ ਕਰ ਰਹੇ ਸਨ। ਜਿਵੇਂ ਹੀ ਕਾਰ ਘਰ ਦੇ ਸਾਹਮਣੇ ਰੁਕੀ, ਕਈ ਔਰਤਾਂ ਨੇ ਕਾਰ ਨੂੰ ਚਾਰੋਂ ਪਾਸਿਓਂ ਘੇਰ ਲਿਆ। ਮਾਸੀ, ਤਾਈ, ਭੂਆ, ਦਾਦੀ, ਭਾਬੀ, ਨਨਾਣ ਅਤੇ ਪਤਾ ਨਹੀਂ ਕੌਣ-ਕੌਣ। ਥੋੜ੍ਹੀ ਦੇਰ ਬਾਅਦ ਸਾਨੂੰ ਕਾਰ ਤੋਂ ਉਤਾਰ ਦਿੱਤਾ ਗਿਆ ਅਤੇ ਕਈ ਰਸਮਾਂ ਨਿਭਾਈਆਂ ਗਈਆਂ। ਸਾਰੀ ਰਾਤ ਨੀਂਦ ਨਾ ਆਉਣ ਕਾਰਨ ਮੈਨੂੰ ਨੀਂਦ ਬਹੁਤ ਆਈ ਹੋਈ ਸੀ, ਪਰ ਆਪਣੀ ਮਰਜ਼ੀ ਨਾਲ ਸੌ ਨਹੀਂ ਸਕਦੀ ਸੀ। ਰਾਤ ਤੱਕ ਬਹੁਤ ਸਾਰੇ ਮਹਿਮਾਨ ਜਾ ਚੁੱਕੇ ਸਨ ਤੇ ਗੁਆਂਢੀ ਵੀ। ਮੇਰੀ ਨਨਾਣ, ਉਸਦੇ ਬੱਚੇ, ਨੰਦੋਈ ਅਤੇ 2 ਮਾਸੀ ਵਰਗੇ ਕੁਝ ਲੋਕ ਹੀ ਰਹਿ ਗਏ ਸਨ। ਕਮਲ, ਛੋਟੀ ਭੂਆ ਦਾ ਮੁੰਡਾ ਤੇ ਸ਼ਾਇਦ 2-3 ਹੋਰ ਲੋਕ। ਮੇਰੀ ਨਨਾਣ ਵਾਰ-ਵਾਰ ਮੇਰੇ ਨਾਲ ਗੱਲ ਕੀਤੇ ਬਿਨਾਂ ਮਜ਼ਾਕ ਕਰ ਰਹੀ ਸੀ। ਉਹ ਆਪਣੇ ਚਿਹਰੇ ਤੇ ਅਜੀਬ ਜਿਹੀ ਮੁਸਕਾਨ ਰੱਖ ਕੇ ਸਿਰਫ ਇੰਨਾ ਹੀ ਕਹਿ ਰਹੀ ਸੀ, ਭਾਬੀ, ਭਾਬੀ। ਆਖਰ ਮੈਂ ਕਮਰੇ 'ਚ ਗਈ। ਮੈਂ ਬਹੁਤ ਘਬਰਾਈ ਹੋਈ ਸੀ। ਜਿਵੇਂ ਸਰਬਜੀਤ ਕਮਰੇ 'ਚ ਆਏ, ਮੈਨੂੰ ਲੱਗਾ ਮੈਨੂੰ ਦਿਲ ਦਾ ਦੌਰਾ ਹੀ ਪੈ ਜਾਣਾ। ਸਰਬਜੀਤ ਨੇ ਕਿਹਾ, ਘਬਰਾਓ ਨਾ, ਤੁਹਾਡੀ ਰਜ਼ਾਮੰਦੀ ਤੇ ਖੁਸ਼ੀ ਮੇਰੀ ਪਹਿਲ ਹੋਵੇਗੀ। ਮੈਂ ਹੈਰਾਨ ਰਹਿ ਗਈ ਕਿਉਂਕਿ ਮੈਂ ਪਹਿਲੀ ਰਾਤ ਬਾਰੇ ਬਹੁਤ ਕੁਝ ਸੁਣਿਆ ਸੀ। ਨਿੰਮੋ ਦੀ ਗੱਲ ਯਾਦ ਆ ਗਈ ਕਿ ਰਜ਼ਾਮੰਦੀ ਪੁੱਛਣ ਵਾਲਾ ਘਰ ਵਾਲਾ ਤਾਂ ਮੋਤੀ ਦਾਨ ਕਰਨ ਵਾਲੀਆਂ ਨੂੰ ਮਿਲਦਾ। ਮੈਂ ਸਰਬਜੀਤ ਵੱਲ ਦੇਖਿਆ ਤੇ ਧੰਨਵਾਦ ਕੀਤਾ। ਅਗਲੇ ਦਿਨ ਕਮਰੇ ਤੋਂ ਬਾਹਰ ਨਿਕਲਦਿਆਂ ਹੀ ਮੇਰੀ ਨਨਾਣ ਨੇ ਲੱਭ ਕੇ ਪੁੱਛਿਆ ਕਿ ਪਹਿਲੀ ਰਾਤ ਕਿਵੇਂ ਰਹੀ। ਮੈਂ ਵੀ ਕੁਝ ਨਾ ਕਹਿ ਸਕੀ ਤੇ ਥੋੜ੍ਹਾ ਜਿਹਾ ਮੁਸਕਰਾ ਕੇ ਅੱਗੇ ਵਧ ਗਈ। ਦੁਪਹਿਰ ਤੋਂ ਲੈ ਕੇ ਸ਼ਾਮ ਤੱਕ ਮੇਰੇ ਮਨ ਵਿੱਚ ਉੱਠ ਰਹੇ ਸਾਰੇ ਸਵਾਲਾਂ ਦੇ ਜਵਾਬ ਮਿਲਦੇ ਰਹੇ। ਨਨਾਣ ਦੇ ਬੱਚੇ ਬਹੁਤ ਪਿਆਰੇ ਅਤੇ ਸ਼ਰਾਰਤੀ ਸਨ। ਮੈਨੂੰ ਉਹਨਾਂ ਦਾ ਸਾਥ ਬਹੁਤ ਪਸੰਦ ਸੀ। ਵਿਆਹ ਤੋਂ ਬਾਅਦ ਉਹ 2 ਦਿਨ ਹੀ ਰੁਕੇ ਕਿਉਂਕਿ ਉਹਨਾਂ ਦੇ ਇਮਤਿਹਾਨ ਸੀ। ਇਸ ਲਈ ਨਨਾਣ ਵੀ ਬੱਚਿਆਂ ਸਮੇਤ ਚਲੀ ਗਈ। ਮੈਂ ਵੀ ਆਪਣੇ ਮਾਤਾ ਪਿਤਾ ਅਤੇ ਭਰਾ ਨੂੰ ਮਿਲਣ ਤੋਂ ਬਾਅਦ ਆਪਣੇ ਸਹੁਰੇ ਘਰ ਵਾਪਸ ਆ ਗਈ। ਸਰਬਜੀਤ ਦੀ ਨੌਕਰੀ ਕਿਸੇ ਹੋਰ ਸ਼ਹਿਰ ਵਿੱਚ ਹੋਣ ਕਾਰਨ ਅਤੇ ਛੁੱਟੀਆਂ ਹੋਣ ਕਾਰਨ ਉਹਨਾਂ ਨੂੰ ਵੀ ਜਾਣਾ ਪਿਆ। ਮੈਂ ਉਹਨਾਂ ਨੂੰ ਪਹਿਲਾਂ ਵਾਂਗ ਹੀ ਫੋਨ ਕਰਨ ਲੱਗ ਪਈ ਸੀ ਕਿਉਂਕਿ ਹੁਣ ਘਰ ਵਿੱਚ ਸਿਰਫ ਮਾਂ, ਬਾਪੂ ਅਤੇ ਮੈਂ ਰਹਿ ਗਏ ਸੀ। ਮੈਂ ਸੋਚਦੀ ਸੀ ਕਿ ਪਤਾ ਨਹੀਂ ਮੇਰੇ ਦਿਨ ਇੱਥੇ ਕਿਵੇਂ ਬੀਤਣਗੇ। ਜਿਵੇਂ-ਜਿਵੇਂ ਦਿਨ ਬੀਤਦੇ ਗਏ, ਮਾਂ ਨਾਲ ਮੇਰੀ ਦੋਸਤੀ ਗੂੜੀ ਹੁੰਦੀ ਗਈ। ਪਿਤਾ ਵੀ ਇੱਕ ਚੰਗੇ ਇਨਸਾਨ ਸਨ। ਮੇਰੇ ਤੇ ਕਦੇ ਕੋਈ ਪਾਬੰਦੀ ਨਹੀਂ ਸੀ। ਸਰਬਜੀਤ ਹਫ਼ਤੇ ਬਾਅਦ ਘਰ ਆਉਂਦੇ, ਪਰ ਮੇਰੀ ਮਾਂ ਨਾਲ ਚੰਗੀ ਤਰ੍ਹਾਂ ਦੋਸਤੀ ਹੋਣ ਕਾਰਨ ਮੈਨੂੰ ਕੋਈ ਮੁਸ਼ਕਿਲ ਨਹੀਂ ਆਈ। ਸੱਚ ਕਹਾਂ ਤਾਂ ਮੈਂ ਆਪਣੇ ਸਹੁਰੇ ਘਰ ਨਹੀਂ, ਕਿਉਂਕਿ ਮੈਂ ਹੁਣ ਇਸ ਨੂੰ ਆਪਣਾ ਘਰ ਕਹਿੰਦੀ ਹਾਂ। ਮੇਰੀ ਮਾਂ ਭਾਵ ਮੇਰੀ ਸੱਸ ਇਸ ਗੱਲ ਦਾ ਪੂਰਾ ਧਿਆਨ ਰੱਖਦੀ ਹੈ ਕਿ ਮੈਨੂੰ ਕਦੇ ਵੀ ਆਪਣੀ ਮਾਂ, ਪਿਤਾ ਅਤੇ ਭਰਾ ਯਾਦ ਨਾ ਆਉਣ। ਮੈਂ ਇੱਥੇ ਬਹੁਤ ਖੁਸ਼ ਹਾਂ।
ਇਹ ਜ਼ਰੂਰੀ ਨਹੀਂ ਕਿ ਕੁੜੀ ਨੂੰ ਸਹੁਰੇ ਘਰ ਵੱਡਾ ਮਹਿਲ ਵੱਡੀ ਕਾਰ ਮਿਲ ਜਾਵੇ ਤਾਂ ਉਸ ਨੂੰ ਵੱਡੇ ਘਰ ਦੀ ਨੂੰਹ ਕਿਹਾ ਜਾਵੇ, ਪਰ ਜੇ ਸਹੁਰੇ ਘਰ ਵੱਡੇ ਦਿਲ ਵਾਲੇ ਬੰਦੇ ਹੋਣ ਤਾਂ ਵੀ ਧੀ ਵੱਡੇ ਪਰਿਵਾਰ ਦੀ ਨੂੰਹ ਬਣ ਜਾਂਦੀ ਹੈ। ਹੁਣ ਜਦੋਂ ਵੀ ਮੈਂ ਘਰ ਜਾਂਦੀ ਹਾਂ ਤਾਂ ਮੇਰੇ ਘਰ ਵਾਲੇ ਕਹਿੰਦੇ ਹਨ, ਦੇਖੋ ਵੱਡੇ ਘਰ ਦੀ ਨੂੰਹ ਆ ਗਈ। ਉਮੀਦ ਹੈ ਤੁਹਾਨੂੰ ਕਹਾਣੀ ਪਸੰਦ ਆਈ ਹੋਵੇਗੀ। ਕਿਰਪਾ ਕਰਕੇ ਮੇਰੇ ਚੈਨਲ ਨਿਊ ਪੰਜਾਬੀ ਕਹਾਣੀਆਂ ਨੂੰ ਸਬਸਕ੍ਰਾਈਬ ਕਰੋ, ਵੀਡੀਓ ਨੂੰ ਲਾਈਕ ਕਰਕੇ ਕਮੈਂਟ ਕਰਕੇ ਦੱਸੋ ਕਹਾਣੀ ਕਿਸ ਤਰ੍ਹਾਂ ਦੀ ਲੱਗੀ। ਤੁਹਾਡਾ ਬਹੁਤ ਧੰਨਵਾਦ। ਰੱਬ ਰਾਖਾ।